ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਮਰਿੰਦਰ ਵਿਰੋਧੀ ਧੜੇ 'ਚ ਉੱਭਰੇ ਮਤਭੇਦ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਇਸ ਸਮੇਂ ਸਮੁੱਚੀ ਕਿਸਾਨੀ ਆਪਣੀ ਹੋਂਦ ਦੀ ਲੜਾਈ ਲੜ ਰਹੀ ਹੈ ਤੇ ਦੂਜੇ ਪਾਸੇ ਦੇਸ਼ ਦੇ ਸਿਆਸਤਦਾਨ ਆਪਣੀ ਸੱਤਾ ਹਾਸਲ ਕਰਨ ਦੀ ਜੰਗ ਜਿਹੜੇ ਲੜਨ ਲੱਗੇ ਹੋਏ ਨੇ। ਜਿੱਥੇ ਸ਼੍ਰੋਮਣੀ ਅਕਾਲੀ ਦਲ ਹਲਕਿਆਂ ਦੇ ਵਿੱਚ ਚੋਣ ਰੈਲੀਆਂ ਕਰ ਰਿਹਾ ਤਾਂ ਉੱਥੇ ਹੀ ਕਾਂਗਰਸ ਦਾ ਅੰਦਰੂਨੀ ਕਾਠੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਕਾਂਗਰਸ ਹਾਈ ਕਮਾਨ ਨੇ ਮੁੜ ਜਿਹੜਾ ਹੈਗਾ ਹਰੀਸ਼ ਰਾਵਤ ਨੂੰ ਪੰਜਾਬ ਦਾ ਕਲੇਸ਼ ਖਤਮ ਕਰਨ ਲਈ ਭੇਜਿਆ। ਤੁਹਾਨੂੰ ਕੀ ਲੱਗਦਾ ਹਰੀਸ਼ ਰਾਵਤ ਦੀ ਜਿਹੜੀ ਫੇਰੀ ਹੈ ਇਹ ਕਾਂਗਰਸ ਪਾਰਟੀ ਦੇ ਵਿੱਚ ਅੰਦਰੂਨੀ ਕਲੇਸ਼ ਨੂੰ ਖਤਮ ਕਰ ਸਕੇਗੀ? ਬਿਲਕੁਲ ਤੁਹਾਡਾ ਸਵਾਲ ਹੈ ਜਿਹੜਾ ਵਾਜਬ ਹੈ, ਕਿਉਂਕਿ ਪੰਜਾਬ ਚੋਣਾਂ ਦੇ ਵਿੱਚ ਹੁਣ ਬਹੁਤਾ ਕੋਈ ਟਾਈਮ ਹੈ ਜਿਹੜਾ ਜ਼ਿਆਦਾ ਬਚਿਆ ਨਹੀਂ। ਖਾਸ ਕਰਕੇ ਜਦੋਂ ਅਸੀਂ ਇਸ ਨੂੰ ਰਾਜਸੀ ਨਜ਼ਰੀਏ ਤੋਂ ਦੇਖਦੇ ਹਾਂ ਤਾਂ ਹਰ ਕੋਈ ਇਸ ਵੇਲੇ ਮੈਦਾਨ ਦੇ ਵਿੱਚ ਉਤਰਿਆ ਹੋਇਆ ਹੈ ਅਤੇ ਸਭ ਆਪੋ ਆਪਣੀ ਲੜਾਈ ਹੈ ਜਿਹੜੀ ਉਹ ਲੜਨ ਲਈ ਨਿੱਤਰੇ ਹੋਏ ਨੇ। ਕੋਈ ਕੁਰਸੀ ਬਚਾਉਣ ਲਈ ਲੜ ਰਿਹਾ ਹੈ ਅਤੇ ਕੋਈ ਕੁਰਸੀ ਪਾਉਣ ਲਈ ਲੜ ਰਿਹਾ ਹੈ ਅਤੇ ਇਕੱਲਾ ਕਿਸਾਨ ਹੈ ਜਿਹੜਾ ਆਪਣੀ ਪੈਲੀ ਦੀ ਜੰਗ ਵਿੱਚ ਖੁਦ ਦਿੱਲੀ ਦੇ ਬਾਰਡਰ 'ਤੇ ਡਟਿਆ ਹੋਇਆ ਹੈ ਜੀ। ਤਾਂ ਕੈਪਟਨ ਅਮਰਿੰਦਰ ਸਿੰਘ ਦੀ ਵੱਡੀ ਜਿਹੜੀ ਇਸ ਵੇਲੇ ਲੜਾਈ ਹੈ ਉਹ ਇਹ ਸਿਆਸੀ ਲੜਾਈ ਹੈ। ਚਾਹੇ ਉਹਨਾਂ ਨੇ ਪਿਛਲੇ ਕੁਝ ਸਮਾਂ ਪਹਿਲਾਂ ਜਿਹੜਾ ਇਹ ਗੱਲ ਐਲਾਨੀ ਸੀ ਕਿ ਇਹ ਪਿਛਲੀ ਚੋਣ ਹੈ ਜਿਹੜੀ ਉਹਨਾਂ ਦੀ ਉਹ ਆਖਰੀ ਚੋਣ ਹੋਏਗੀ, ਪਰ ਹੁਣ ਉਹਨਾਂ ਨੇ ਕਿਹਾ ਕਿ ਉਹ ਆਖਰੀ ਚੋਣ ਨਹੀਂ, ਉਹ ਅਗਲੇ ਚੋਣ ਮੈਦਾਨ ਦੇ ਵਿੱਚ ਉਤਰਨਗੇ। ਅਤੇ ਹਰੀਸ਼ ਰਾਵਤ ਹੋਰਾਂ ਨੇ ਤਾਂ ਉਹਨਾਂ ਨੂੰ ਪਿੱਛੇ ਦੇਹਰਾਦੂਨ ਦੇ ਵਿੱਚ ਇਹ ਵੀ ਕਹਿ ਦਿੱਤਾ ਸੀ ਕਿ ਜਿਹੜੀ ਚੋਣਾਂ ਦੇ ਵਿੱਚ ਅਗਵਾਈ ਹੈ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਰਨਗੇ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਜਦੋਂ ਹਾਈ ਕਮਾਨ ਨੇ ਉਹਨਾਂ ਨੂੰ ਝਿੜਕਿਆ ਅਤੇ ਉਹਨਾਂ ਨੇ ਯੂ ਟਰਨ ਲੈ ਲਿਆ ਸੀਗਾ। ਦੂਸਰੀ ਤਰਫ ਕਾਂਗਰਸ ਦੇ ਵਿੱਚ ਸਾਡੇ ਕੋਲ ਨਵਜੋਤ ਸਿੰਘ ਸਿੱਧੂ ਨੇ, ਜਿਹੜੇ ਪੰਜਾਬ ਕਾਂਗਰਸ ਦੇ ਨਵੇਂ ਨਵੇਕਲੇ ਪ੍ਰਧਾਨ ਨੇ, ਔਰ ਉਹ ਵੀ ਏਜੰਡੇ ਦੀ ਗੱਲ ਕਰ ਰਹੇ ਨੇ। ਅਤੇ ਸ਼੍ਰੋਮਣੀ ਅਕਾਲੀ ਦਲ ਹੈ ਉਹ 13 ਨੁਕਾਤੀ ਏਜੰਡੇ ਦੀ ਗੱਲ ਕਰ ਰਿਹਾ ਹੈ। ਜਿਹੜੀ ਕਾਂਗਰਸ ਦੀ ਹਾਈ ਕਮਾਨ ਹੈ ਜਾਂ ਅਮਰਿੰਦਰ ਦੇ ਵਿਰੋਧੀ ਨੇ ਉਹ 18 ਨੁਕਾਤੀ ਏਜੰਡੇ ਦੀ ਗੱਲ ਕਰ ਰਹੇ ਨੇ। ਅਤੇ ਜੇ ਦੇਖਿਆ ਜਾਵੇ ਤਾਂ ਇਹ ਦੇਖਣ ਨੂੰ ਤਾਂ ਸਾਨੂੰ ਕਿਸ ਦਾ 18 ਨੁਕਾਤੀ ਏਜੰਡਾ ਲੱਗਦਾ ਹੈ, ਕਿਸ ਦਾ 13 ਨੁਕਾਤੀ ਏਜੰਡਾ ਲੱਗਦਾ ਹੈ, ਪਰ ਇਹਦੇ ਪਿੱਛੇ ਛੁਪਿਆ ਇੱਕੋ ਇੱਕ ਏਜੰਡਾ ਹੈ, ਉਹ ਹੈਗਾ ਸੱਤਾ ਦੀ ਭੁੱਖ ਦਾ, ਸੱਤਾ ਨੂੰ ਹਾਸਲ ਕਰਨ ਦਾ। ਉਹ ਕਿਸ ਤਰ੍ਹਾਂ ਹਾਸਲ ਹੋ ਸਕਦੀ ਹੈ? ਉਹ ਲੋਕਾਂ ਦਾ ਮਸੀਹਾ ਬਣ ਕੇ ਹਾਸਲ ਹੋ ਸਕਦੀ ਹੈ, ਦਿਖਾਵਾ ਕਰਕੇ ਹੋ ਸਕਦੀ ਹੈ ਕਿ ਅਸਲੀ ਲੜਾਈ ਮੈਂ ਲੜ ਰਿਹਾ। ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਗੱਲ ਕਹਿੰਦੇ ਨੇ ਕਿ ਅਸੀਂ ਕੱਲ੍ਹ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਜਿਹੜੇ ਅਸੀਂ ਚੋਣ ਵਾਅਦੇ ਕੀਤੇ ਸੀ ਉਹ 90% ਅਸੀਂ ਪੂਰੇ ਕਰ ਦਿੱਤੇ ਨੇ। ਜੇ ਪੂਰੇ ਕਰ ਦਿੱਤੇ ਨੇ 90% ਤਾਂ ਫਿਰ ਪੰਜਾਬ ਦੇ ਵਿੱਚ ਇੰਨਾ ਹੰਗਾਮਾ ਕਿਉਂ ਆਏ? ਕੀ ਲੋਕਾਂ ਦਾ ਸਾਰਾ ਕਰਜ਼ਾ ਮਾਫ ਹੋ ਗਿਆ? ਉਹਨੂੰ ਵੀ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਚੋਣ ਵਾਅਦਾ ਪੂਰਾ ਕਰ ਦਿੱਤਾ ਕਿ 90,000 ਕਰੋੜ ਦੇ ਵਿੱਚੋਂ ਸਿਰਫ 4500 ਕਰੋੜ ਰੁਪਈਆ ਮਾਫ ਹੋਇਆ ਹੈਗਾ, ਜਾਂ 580 ਕਰੋੜ ਰੁਪਈਆ ਤੁਸੀਂ ਬੇਜ਼ਮੀਨੇ ਜਾਂ ਖੇਤ ਮਜ਼ਦੂਰਾਂ ਦਾ ਮਾਫ ਕੀਤਾ ਹੈਗਾ। ਤਾਂ ਅਸਲ 'ਚ ਇਹ ਲੜਾਈ ਇਹਨਾਂ ਦੀ ਆਪਣੀ ਕੁਰਸੀ ਹਾਸਲ ਕਰਨ ਦੀ ਹੈ। ਲੋੜ ਤਾਂ ਇਸ ਗੱਲ ਦੀ ਸੀ ਇਸ ਟਾਈਮ, ਕਿਉਂਕਿ ਖੇਤੀ ਕਾਨੂੰਨਾਂ ਨੇ ਸਮੁੱਚੀ ਕਿਸਾਨੀ ਨੂੰ ਉਹਨਾਂ ਦੇ ਘਰਾਂ 'ਚੋਂ ਬਾਹਰ ਸੌਣ ਲਈ ਮਜਬੂਰ ਕੀਤਾ ਹੋਇਆ ਹੈ। ਸੋਚਣ ਦੀ ਲੋੜ ਸੀ ਉਹਨਾਂ ਕਿਸਾਨਾਂ ਲਈ, ਸੋਚਣ ਦੀ ਲੋੜ ਸੀ ਉਹ ਕਿਸਾਨ ਅੰਦੋਲਨ ਦੀ, ਉਹਦੇ ਲਈ ਕੁਛ ਤਿਆਗ ਕਰਨ ਦੀ, ਪਰ ਸਾਰੇ ਆਪੋ ਆਪਣੀ ਜੰਗ ਦੇ ਵਿੱਚ ਉਲਝੇ ਹੋਏ ਨੇ। ਜਿੱਥੇ ਕਾਂਗਰਸ ਪਾਰਟੀ ਦੀ ਅੰਦਰੂਨੀ ਕਲੇਸ਼ ਛਿੜਿਆ ਹੋਇਆ ਹੈ, ਉੱਥੇ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਆਪਣੀ 100 ਹਲਕਿਆਂ ਦੀ ਯਾਤਰਾ ਹੈ ਜਿਹੜੀ ਉਹ ਸ਼ੁਰੂ ਕੀਤੀ ਹੋਈ ਹੈ। ਇਹਨਾਂ 'ਚ ਫਰਕ ਕੋਈ ਨਹੀਂ ਲੱਗ ਰਿਹਾ। ਜੇ ਕਾਂਗਰਸ ਦਾ ਅੰਦਰੂਨੀ ਕਲੇਸ਼ ਮਿਟ ਜਾਂਦਾ ਹੈ ਤਾਂ ਇਹ ਵੀ ਆਪਣੀ ਉਸੇ ਯਾਤਰਾ 'ਤੇ ਨਿਕਲਣਗੇ ਜਿਹੜੀ ਯਾਤਰਾ 'ਤੇ ਅਕਾਲੀ ਦਲ ਚੱਲ ਰਿਹਾ ਹੈ। ਆਪ ਵਾਲੇ ਵੀ ਆਪੋ ਪੱਧਰ 'ਤੇ ਰੈਲੀਆਂ ਕਰ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਭਗਵੰਤ ਮਾਨ ਦਾ ਹਾਲੇ ਤੱਕ ਮੈਦਾਨ ਦੇ ਵਿੱਚ ਨਾ ਆਉਣਾ ਇੱਕ ਤਰ੍ਹਾਂ ਦਾ ਭੇਤ ਬਣਿਆ ਹੋਇਆ ਅਤੇ ਤਰ੍ਹਾਂ ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਨੇ, ਪਰ ਦੂਸਰੀਆਂ ਪਾਰਟੀਆਂ ਦਾ ਨਿਖਰ ਕੇ ਮੈਦਾਨ ਦੇ ਵਿੱਚ ਆਈਆਂ ਹੋਈਆਂ ਨੇ। ਭਾਜਪਾ ਵਾਲੇ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਲੋਕ ਨਹੀਂ ਪਿੰਡਾਂ ਦੇ ਵਿੱਚ ਇੰਟਰ ਹੋਣ ਦੇ ਰਹੇ, ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਆਪਾਂ ਜੇ ਅੱਜ ਆਪਣੀ ਗੱਲ ਸ਼ੁਰੂ ਕਰੀਏ, ਕਿਉਂਕਿ ਹੁਣ ਤਾਜ਼ਾ ਜਿਹੜਾ ਇੰਸੀਡੈਂਟ ਹੋਇਆ ਹੈ ਜਾਂ ਵਾਪਰ ਰਿਹਾ ਹੈ ਉਹ ਹੈ ਪੰਜਾਬ ਕਾਂਗਰਸ ਦੇ ਵਿੱਚ। ਤੁਹਾਡੇ ਚਿੱਤੇ ਹੋਏਗਾ ਕਿ ਸਭ ਤੋਂ ਪਹਿਲਾਂ
ਕੁਝ ਵਜ਼ੀਰਾਂ ਨੇ 4.5 ਸਾਲ ਬਾਅਦ ਇਹ ਗੱਲ ਉਠਾਉਣੀ ਸ਼ੁਰੂ ਕੀਤੀ ਸੀਗੀ, ਕੁਝ ਵਿਧਾਇਕਾਂ ਨੇ, ਜੀ ਕਿ ਜਿਹੜੇ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸੀਗੇ, ਚਾਹੇ ਉਹ ਬੇਅਦਬੀ ਦਾ ਮੁੱਦਾ ਹੈਗਾ, ਚਾਹੇ ਨਸ਼ਾ ਤਸਕਰੀ ਦਾ ਮੁੱਦਾ ਹੈ, ਚਾਹੇ ਬਿਜਲੀ ਖਰੀਦ ਸਮਝੌਤਿਆਂ ਦਾ ਇਸ਼ੂ ਹੈ, ਚਾਹੇ ਰੁਜ਼ਗਾਰ ਦਾ ਮਸਲਾ ਹੈਗਾ, ਕਿ ਅਸੀਂ ਉਹਨਾਂ ਨੂੰ ਪੂਰੇ ਨਹੀਂ ਕਰ ਪਾਏ। ਇਸ ਕਰਕੇ ਅਸੀਂ ਹੁਣ ਕਿਹੜਾ ਮੂੰਹ ਲੈ ਕੇ ਲੋਕਾਂ ਦੇ ਵਿੱਚ ਜਾਵਾਂਗੇ। ਔਰ ਸਾਡੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ 'ਤੇ ਇਹ ਇਲਜ਼ਾਮ ਉਹਨਾਂ ਦੇ ਵਿਰੋਧੀਆਂ ਨੇ ਲਾਏ ਸੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਘਿਓ ਖਿਚੜੀ ਨੇ, ਔਰ ਜਿਹੜੇ ਨਾਤਾ ਜਿਹਨੇ ਵਾਅਦਿਆਂ ਦਾ ਨਾਤਾ ਉਹਨਾਂ ਨਾਲ ਜੁੜਦਾ ਹੈਗਾ ਤਾਂ ਉਸ ਤੋਂ ਉਹ ਪਾਸਾ ਵੱਟ ਰਹੇ ਨੇ। ਉਹ ਹਾਈ ਕਮਾਨ ਕੋਲ ਗਏ ਸੀ, ਹਾਈ ਕਮਾਨ ਨੇ ਆਪਣਾ ਏਜੰਡਾ ਕਾਫੀ ਮਹੀਨਾ ਸਾਰਾ ਜਿਹੜੀ ਖਿੱਚੋਤਾਣ ਆਪਸ ਦੇ ਵਿੱਚ ਚੱਲਦੀ ਰਹੀ। ਨਵਜੋਤ ਸਿੰਘ ਸਿੱਧੂ ਨਾਲ ਮੀਟਿੰਗਾਂ ਹੋਈਆਂ ਰਾਹੁਲ ਗਾਂਧੀ ਦੀਆਂ, ਔਰ ਜਿਹੜੇ ਬਾਗੀ ਵਜ਼ੀਰ ਸੀ, ਵਿਧਾਇਕ ਸੀ, ਉਹਨਾਂ ਨੂੰ ਇਕੱਲੇ ਨੂੰ ਸੁਣਿਆ ਗਿਆ, ਜਿਨ੍ਹਾਂ 'ਚ ਪ੍ਰਗਟ ਸਿੰਘ ਵੀ ਸ਼ਾਮਲ ਸੀ। ਤਾਂ ਉਹਨਾਂ ਨੇ 18 ਨੁਕਾਤੀ ਏਜੰਡਾ ਦੇ ਕੇ ਇਹਨਾਂ ਨੂੰ ਪੰਜਾਬ ਹੈ ਜਿਹੜਾ ਭੇਜ ਦਿੱਤਾ ਗਿਆ ਸੀਗਾ। ਤਾਂ ਕਿਹਾ ਗਿਆ ਸੀ ਕਿ 18 ਨੁਕਾਤੀ ਏਜੰਡੇ 'ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਕੰਮ ਕਰਨਗੇ। ਤਾਂ ਉਦੋਂ ਉਹਨਾਂ ਨੇ ਕੁਛ ਤੁਹਾਡੇ ਸਾਹਮਣੇ ਹੈ ਕਿ ਜਦੋਂ ਵੱਡੇ ਬਾਦਲ ਨੂੰ ਵੀ ਉਹਨਾਂ ਨੇ ਤਲਬ ਕੀਤਾ ਸੀਗਾ ਸਿੱਟ ਨੇ, ਤੇ ਉਸ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਨੂੰ ਵੀ ਤਲਬ ਕੀਤਾ ਸੀਗਾ। ਉਹਨਾਂ ਨੇ ਇੱਕ ਫੁਰਤੀ ਦਿਖਾਈ ਸੀ, ਇੱਕ ਦਿਖਾਵਾ ਕੀਤਾ ਸੀ ਕਿ ਅਸੀਂ ਕੁਝ ਕਰ ਰਹੇ ਹੈਗੇ ਹਾਂ, ਕਿ ਲੋਕਾਂ ਨੂੰ ਲੱਗੇ ਕਿ ਜੀ ਦੇਖੋ ਬਹੁਤ ਕੁਝ ਹੋ ਰਿਹਾ, ਪੰਜਾਬ ਸਰਕਾਰ ਕਿੰਨੀ ਫੁਰਤੀ ਫੜ ਗਈ ਹੈ। ਉਹ ਵੀ ਇੱਕ ਝੌਲਾ ਸੀ ਲੋਕਾਂ ਨੂੰ ਪਿਆ ਸੀਗਾ, ਤੇ ਉਹਦੇ ਨਾਲ ਵੀ ਨਹੀਂ ਹੋਇਆ। ਉਸ ਤੋਂ ਬਾਅਦ ਇਹ ਕਿਹਾ ਜਾਣ ਲੱਗਿਆ ਕਿ ਜੇ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਜਾਂਦੇ ਨੇ ਤਾਂ ਸਾਰੇ ਦੁੱਖਾਂ ਦੀ ਦਾਰੂ ਹੈ ਜਿਹੜੀ ਉਹ ਸਾਨੂੰ ਮਿਲ ਜਾਏਗੀ। ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣੇ, ਉਹਨਾਂ ਦੀ ਤਾਜਪੋਸ਼ੀ ਹੋਈ, ਸਭ ਇਕੱਠੇ ਦਿਖੇ, ਹਰੀਸ਼ ਰਾਵਤ ਵੀ ਉਹਦੇ ਵਿੱਚ ਸ਼ਾਮਲ ਹੋਏ, ਪਰ ਉਹ ਬਹੁਤਾ ਢੇਰ ਚੱਲ ਨਾ ਸਕਿਆ, ਕਿਉਂਕਿ ਇਹ ਤਾਂ ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ। ਲੋਕ ਅਕਸਰ ਕਹਿੰਦੇ ਨੇ, ਜਾਂ ਸਿਆਸੀ ਲੋਕ ਤਾਂ ਜਾਣਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਇਕੱਠੇ ਨਹੀਂ ਚੱਲ ਸਕਦੇ। ਚਾਹੇ ਦੋਹਾਂ ਦਾ ਸ਼ਹਿਰ ਪਟਿਆਲਾ ਹੈਗਾ, ਦੋਵੇਂ ਸਿੱਧੂ ਨੇ, ਪਰ ਦੋਨਾਂ ਦੀ ਰਾਸ਼ੀ ਨਹੀਂ ਮਿਲਦੀ ਇੱਕ ਤਰੀਕੇ ਨਾਲ, ਕਿਉਂਕਿ ਉਹ ਵੀ ਬਹੁਤ ਹੱਠੀ ਨੇ, ਉਹ ਵੀ ਬਹੁਤ ਅੜੀਅਲ ਨੇ। ਇਸ ਕਰਕੇ ਉਹਨਾਂ ਦੇ ਜਿਹੜੇ ਸੁਰ ਹੈ ਉਹਨਾਂ 'ਚ ਤਾਲਮੇਲ ਹੈ ਜਿਹੜਾ ਬੈਠ ਨਹੀਂ ਰਿਹਾ। ਤਾਂ ਇਹ ਸੁਰ ਜਿਹੜਾ ਬੇਸੁਰਾ ਹੋਇਆ, ਜਿਹੜਾ ਮਾਹੌਲ ਸਾਰਾ, ਉਹਦੇ 'ਚ ਭੁਗਤਣਾ ਜਿਹੜਾ ਸਮੁੱਚੇ ਪੰਜਾਬ ਨੂੰ ਪੈ ਰਿਹਾ ਹੈ, ਕਿਉਂਕਿ ਸਮੁੱਚੇ ਪੰਜਾਬ ਦੀਆਂ ਨਜ਼ਰਾਂ ਤਾਂ ਕਿਸਾਨੀ ਘੋਲ 'ਤੇ ਲੱਗੀਆਂ ਹੋਈਆਂ ਨੇ, ਅਤੇ ਇਹ ਆਪਣੀ ਕੁਰਸੀ ਦੀ ਲੜਾਈ ਦੇ ਵਿੱਚ ਉਲਝੇ ਹੋਏ ਨੇ। ਤਾਂ ਜਿੱਥੇ ਆਪਾਂ ਗੱਲ ਅੱਗੇ ਤੁਰ ਗਏ, ਤਾਂ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮੁਲਾਕਾਤਾਂ ਵੀ ਕੀਤੀਆਂ ਚੀਫ ਮਿਨਿਸਟਰ ਨਾਲ ਕੁਝ ਮੁੱਦਿਆਂ ਨੂੰ ਲੈ ਕੇ। ਉਸ ਤੋਂ ਬਾਅਦ ਫਿਰ ਉਹਨਾਂ ਨੇ ਤਿੱਖੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਤਾਂ ਗੱਲ ਉਦੋਂ ਇੱਕ ਤਰ੍ਹਾਂ ਦੀ ਸਿਰੇ ਲੱਗ ਗਈ ਕਿ ਜਦੋਂ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ 4-5 ਵਜ਼ੀਰ ਇਕੱਠੇ ਹੋਏ ਅਤੇ 2 ਦਰਜਨ ਦੇ ਕਰੀਬ MLA ਇਕੱਠੇ ਹੋਏ, ਔਰ ਜਿਨ੍ਹਾਂ ਨੇ ਇੱਕ ਇਨਡਾਇਰੈਕਟਲੀ ਵੇ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਵੇ, ਕਿ ਸਾਡਾ ਏਜੰਡਾ ਇਹ ਹੈ। ਉਸ ਤੋਂ ਬਾਅਦ ਉਹ ਦੇਹਰਾਦੂਨ ਵੀ ਗਏ, ਇੱਕ ਤਰ੍ਹਾਂ ਦੀ ਖੁੱਲ੍ਹੀ ਬਗਾਵਤ ਕੀਤੀ ਗਈ। ਦੇਹਰਾਦੂਨ ਦੇ ਵਿੱਚ ਹਰੀਸ਼ ਰਾਵਤ ਹੋਰਾਂ ਨੂੰ ਮਿਲੇ ਅਤੇ ਉਹਨਾਂ ਨੇ ਉਲਟਾ ਜਿਹੜਾ ਬਿਆਨ ਦਾਗ ਦਿੱਤਾ, ਅਤੇ ਉੱਥੋਂ ਉਹ ਵਾਪਸ ਖਾਲੀ ਹੱਥ ਜਿਹੜੇ ਵਜ਼ੀਰ ਹੈ ਉਹ ਪਰਤ ਆਏ ਸੀਗੇ। ਉਸ ਤੋਂ ਬਾਅਦ ਹਰੀਸ਼ ਰਾਵਤ ਮੁੜ ਜਿਹੜੇ ਸੋਨੀਆ ਗਾਂਧੀ ਨੂੰ ਮਿਲੇ, ਰਾਹੁਲ ਗਾਂਧੀ ਨੂੰ ਮਿਲੇ, ਉਹਨਾਂ ਨੇ ਫਿਰ ਕਿਹਾ ਕਿ ਤੁਸੀਂ ਪੰਜਾਬ ਜਾਓ। ਅਤੇ ਕੱਲ੍ਹ ਦੇ ਹੁਣ ਹਰੀਸ਼ ਰਾਵਤ ਹੋਰੀ ਫਿਰ ਆਏ ਵੇ ਨੇ, ਅਤੇ ਉਹਨਾਂ ਨੇ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਮੁਲਾਕਾਤ ਕੀਤੀ ਹੈ, ਜਿਨ੍ਹਾਂ ਨੇ ਉਹਨਾਂ ਨੂੰ ਕਾਫੀ ਸੁਣਿਆ ਕਿ ਖਰੀਆਂ ਸੁਣਾਈਆਂ ਨੇ। ਔਰ ਨਵਜੋਤ ਸਿੱਧੂ ਦਾ ਇੱਕ ਮੇਨ ਗਿਲਾ ਇਹ ਸੀ ਕਿ ਤੁਸੀਂ ਚੀਫ ਮਿਨਿਸਟਰ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਐਲਾਨਿਆ, ਕਿ ਉਹ ਤੁਹਾਡਾ ਅਧਿਕਾਰ ਖੇਤਰ ਨਹੀਂ ਸੀ। ਤਾਂ ਜਿੰਨਾ ਕੁ ਆਤਿਸ਼ ਮੈਨੂੰ ਆਪਣੇ ਸਰੋਤਾਂ ਤੋਂ ਪਤਾ ਲੱਗਿਆ, ਜਾਂ ਜਿੰਨੇ ਕੁ ਪੋਲੀਟੀਕਲ ਹਲਕਿਆਂ ਦੇ ਵਿੱਚ ਚਰਚੇ ਚੱਲ ਰਹੇ ਨੇ, ਉਹ ਇੱਕ ਅੰਦਰੂਨੀ ਮਸਲਾ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਔਰ ਜਿਹੜੇ, ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਆਪਣਾ ਕੋਈ ਧੜਾ ਨਹੀਂ ਸੀ, ਉਹ ਜਿੰਨੇ ਵੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੋਕ ਸੀ, ਚਾਹੇ ਵਜ਼ੀਰ ਸੀ, ਚਾਹੇ MLA ਸੀ, ਉਹ ਆਟੋਮੈਟਿਕਲੀ ਨਵਜੋਤ ਸਿੰਘ ਸਿੱਧੂ ਨਾਲ ਜੁੜ ਗਏ। ਜਿਸ ਦਿਨ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਇਹ ਸਾਰੇ ਲੋਕ ਇਕੱਠੇ ਹੁੰਦੇ ਨੇ, ਉਸ ਦਿਨ ਸਿੱਧੂ ਗੈਰ ਹਾਜ਼ਰ ਹੁੰਦਾ ਹੈ। ਇੱਕ ਤਾਂ ਇਸ ਗੱਲ ਦਾ ਨੋਟਿਸ ਲਿਆ ਜਾ ਰਿਹਾ ਹੈ ਕਿ ਉਹਨਾਂ ਦਾ ਸਮੁੱਚਾ ਧੜਾ ਉੱਥੇ ਹਾਜ਼ਰ ਸੀ, ਪਰ ਉਹ ਗੈਰ ਹਾਜ਼ਰ ਕਿਉਂ ਸੀ। ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਵਿੱਚ ਚਾਹੇ ਕੁਛ ਵਜ਼ੀਰ ਉਹਨਾਂ ਨੂੰ ਜਾ ਕੇ ਕਾਂਗਰਸ ਭਵਨ ਮਿਲ ਕੇ ਆਏ ਸੀਗੇ। ਔਰ ਦੂਸਰੀ ਗੱਲ ਇਹ ਵੀ ਦੇਖਣ ਵਾਲੀ ਮਿਲ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਅੱਜ ਤੱਕ ਕਿਤੇ ਵੀ ਇੱਦਾਂ ਦਾ ਕੋਈ ਡਾਇਰੈਕਟ ਇਸ਼ਾਰਾ ਨਹੀਂ ਕੀਤਾ ਕਿ ਮੁੱਖ ਮੰਤਰੀ ਨੂੰ ਬਦਲਿਆ ਜਾਵੇ। ਤਾਂ ਹੁਣ ਇਹ ਗੱਲ ਉੱਠੀ ਅੰਦਰ ਹੀ ਕਾਫੀ ਚਰਚਾ ਦੇ ਵਿੱਚ ਹੈਗੀ ਹੈ, ਔਰ ਜਿਹੜੇ ਖੁੱਲ੍ਹੀ ਬਗਾਵਤ ਕਰਨ ਵਾਲੇ ਲੋਕ ਨੇ ਉਹ ਵੀ ਨਵਜੋਤ ਸਿੰਘ ਸਿੱਧੂ ਨਾਲ ਅੰਦਰੋਂ ਅੰਦਰ ਇਸ ਗੱਲ ਤੋਂ ਨਾਰਾਜ਼ ਹੋਏ ਨੇ ਕਿ ਤੁਸੀਂ ਮੁੱਖ ਮੰਤਰੀ ਨੂੰ ਬਦਲਾਉਣਾ ਨਹੀਂ ਚਾਹੁੰਦੇ, ਕਿ ਤੁਸੀਂ ਨਹੀਂ ਚਾਹੁੰਦੇ ਕਿ ਚੀਫ ਮਿਨਿਸਟਰ ਪੰਜਾਬ ਦਾ ਕੋਈ ਹੋਰ ਬਣੇ, ਕਿ ਜਿਹੜੇ 18 ਨੁਕਾਤੀ ਏਜੰਡੇ ਨੂੰ ਹੱਥੋਂ ਹੱਥ ਹੱਲ ਕਰ ਸਕੇ। ਪਰ ਜਿਹੜੇ ਸਿਆਸੀ ਹਲਕੇ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਸਿੱਧੂ ਦੇ ਮਨ ਦੇ ਵਿੱਚ ਕੁਝ ਹੋਰ ਰਿਝ ਰਿਹਾ ਹੈ। ਸਿੱਧੂ ਚਾਹੁੰਦਾ ਹੈ
ਕਿਤੇ ਨਾ ਕਿਤੇ, ਜੀ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੇ ਰਹਿੰਦਾ ਹੈ ਤਾਂ ਹੀ ਉਹਨਾਂ ਦੀ ਹੋਂਦ ਹੈ, ਤਾਂ ਹੀ ਉਹ ਡੇਲੀ ਇੰਨਾ ਅਗਰੈਸਿਵਲੀ ਟਵੀਟ ਤੇ ਟਵੀਟ ਕਰ ਸਕਦੇ ਨੇ। ਜੀ ਕਿਉਂਕਿ ਜੇ ਕੋਈ ਹੋਰ ਅਲਟਰਨੇਟਿਵ ਆਉਂਦਾ ਹੈ ਤਾਂ ਉਹਨਾਂ ਤੇ ਉਹ ਕਿਵੇਂ ਉਂਗਲ ਫੌਰੀ ਉਠਾ ਸਕਣਗੇ। ਬਿਲਕੁਲ ਇੱਕ ਤਾਂ ਇਹ ਗੱਲ ਹੈਗੀ ਹੈ ਕਿ ਉਹ ਚਾਹੁੰਦੇ ਨਹੀਂ ਕਿਤੇ ਨਾ ਕਿਤੇ, ਕਿਉਂਕਿ ਚਰਚੇ ਐਵੇਂ ਤਾਂ ਧੂੰਆਂ ਉੱਠਦਾ ਨਹੀਂ, ਜੀ ਜੇ ਕਿਤੇ ਕੋਈ ਗੱਲ ਹੈ ਤਾਂ ਹੀ ਹੈ। ਤੇ ਕੁਝ ਸਾਨੂੰ ਇੰਡੀਕੇਸ਼ਨ ਵੀ ਇਸ ਕਿਸਮ ਦੇ ਮਿਲੇ ਨੇ ਕਿ ਉਹਨਾਂ ਨੇ ਕਦੇ ਨਹੀਂ ਕਿਹਾ ਕਿ ਚੀਫ ਮਿਨਿਸਟਰ ਨੂੰ ਬਦਲੋ। ਉਹ ਤਾਂ ਚਾਹੁੰਦੇ ਹੋਣਗੇ ਅੰਦਰੋਂ ਅੰਦਰੀ ਕਿ ਚੀਫ ਮਿਨਿਸਟਰ ਰਹਿਣ ਤਾਂ ਕਿ ਇਸ ਤਰ੍ਹਾਂ ਹੀ ਅਟੈਕ ਕਰਦੇ ਰਹੀਏ। ਤੇ ਉਹਨਾਂ ਨੇ ਆਪਣਾ ਇਸ਼ਾਰਾ ਵੀ ਕੀਤਾ ਸੀ ਇੱਕ ਤਾਂ ਕਿ ਮੈਨੂੰ ਤਾਕਤ ਦਿਓ। ਜੀ ਉਹ ਚਾਹੁੰਦੇ ਨੇ ਕਿ ਅਗਲੀਆਂ ਚੋਣਾਂ 'ਚ ਮੈਨੂੰ ਤਾਕਤ ਦਿਓ। ਤਾਂ ਇੱਕ ਗੱਲ ਸਾਨੂੰ ਇਹ ਵੀ ਸੱਚ ਲੱਗਦੀ ਹੈ ਕਿ ਜੇ ਅੱਜ ਚੀਫ ਮਿਨਿਸਟਰ ਬਦਲੇ ਜਾਂਦੇ ਆ, ਕੋਈ ABC ਕੋਈ ਵੀ ਚੀਫ ਮਿਨਿਸਟਰ ਬਣਦਾ ਹੈ ਤਾਂ ਉਹ ਉਹਨਾਂ ਮੁੱਦਿਆਂ ਨੂੰ ਹੱਲ ਕਰ ਦਿੰਦਾ ਹੈ ਜਾਂ ਹੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਅੱਧ ਪਚੱਧੇ ਹੱਲ ਹੋ ਜਾਂਦੇ ਨੇ ਤਾਂ ਉਹਦੀ ਇੱਕ ਮੈਰਿਟ ਬਣੇਗੀ। ਜੀ ਤਾਂ ਨਵਜੋਤ ਸਿੰਘ ਸਿੱਧੂ ਕਿਉਂ ਚਾਹੇਗਾ ਕਿ ਇੱਕ ਬੰਦਾ ਹੋਰ ਆ ਕੇ ਉਹਦੇ ਲਾਈਨ ਦੇ ਵਿੱਚ, ਕਤਾਰ ਦੇ ਵਿੱਚ ਅੱਗੇ ਲੱਗ ਜਾਵੇ। ਬਿਲਕੁਲ ਤਾਂ ਨਵਜੋਤ ਸਿੰਘ ਸਿੱਧੂ ਸਿੱਧੇ ਚਾਹੁੰਦੇ ਨੇ ਕਿ ਮੈਨੂੰ ਹੁਣ ਇਹ ਵੀ ਪਤਾ ਲੱਗਿਆ ਕਿ ਹੁਣ ਇਹ ਵੀ ਮੂਵ ਚਲਾ ਰਹੇ ਨੇ ਕਿ ਠੀਕ ਹੈ ਜੀ, ਤੁਸੀਂ ਕੋਈ ਬਦਲੀ ਕਰਨੀ ਹੈ ਚੀਫ ਮਿਨਿਸਟਰ ਦੀ, ਆਪਣੇ ਧੜੇ ਨੂੰ ਮਨਾਉਣ ਦੇ ਵਿੱਚ ਲੱਗੇ ਹੋਏ ਨੇ, ਤਾਂ ਕਿ ਫਿਰ ਵੀ ਮੈਂ ਮਾੜਾ ਹੈਗਾ ਕਿ ਮੈਨੂੰ ਹੁਣੇ ਮੌਕਾ ਦੇ ਦਿਓ। ਪਰ ਇਹ ਗੱਲ ਕਿੰਨੀ ਕੁ ਸੱਚੀ ਹੈ ਤਾਂ ਉਹ ਨਵਜੋਤ ਸਿੰਘ ਸਿੱਧੂ ਜਾਣਦੇ ਜਾਂ ਉਹਨਾਂ ਦੇ ਬਹੁਤ ਜਿਹੜੇ ਨੇੜਲੇ ਆ ਉਹ ਜਾਣਦੇ ਨੇ। ਪਰ ਜਿਹੜੀ ਚਰਚਾ 'ਚ ਗੱਲ ਆਈ ਹੈ, ਜਿਸ ਗੱਲ ਦਾ ਸਿਆਸੀ ਹਲਕਿਆਂ ਦੇ ਵਿੱਚ ਇੱਕ ਧੂੰਆਂ ਉੱਠ ਰਿਹਾ ਹੈ ਜਾਂ ਜਿਸ ਕਿਸਮ ਦੀ ਨਾਰਾਜ਼ਗੀ ਉਹਨਾਂ ਦੇ ਧੜੇ ਦੇ ਵਿੱਚ ਦੇਖਣ ਨੂੰ ਮਿਲੀ ਹੈ, ਉਸ ਦੇ ਵਿੱਚ ਇਹੀ ਹੈ ਕਿ ਬਾਕੀ ਸਾਰੇ ਲੋਕ ਚੀਫ ਮਿਨਿਸਟਰ ਦੀ ਤਬਦੀਲੀ ਭਾਲ ਰਹੇ ਨੇ ਐਟ ਏ ਟਾਈਮ, ਪਰ ਉਹ ਨਹੀਂ ਚਾਹ ਰਹੇ। ਉਹ ਚਾਹ ਰਹੇ ਨੇ ਕਿ ਨੰਬਰ ਹੈ ਜਿਹੜਾ ਮੇਰਾ ਲੱਗੇ। ਸੋ ਗੱਲ ਜਿਸ ਤਰ੍ਹਾਂ ਆਪਾਂ ਸ਼ੁਰੂ ਕੀਤੀ ਸੀ ਕਿ ਇਹ ਤਾਂ ਕਾਂਗਰਸ ਦੀ ਗੱਲ ਹੈਗੀ ਹੈ ਤੇ ਅਲਟੀਮੇਟਲੀ ਏਜੰਡਾ ਆਪਾਂ ਚਾਹੇ ਕਹਿ ਦਈਏ ਕਿ ਪੰਜਾਬ ਦਾ ਏਜੰਡਾ ਹੈਗਾ, ਚਾਹੇ ਲੋਕਾਂ ਦਾ ਏਜੰਡਾ ਹੈਗਾ, ਪਰ ਇਹ ਲੋਕਾਂ ਦਾ ਏਜੰਡਾ ਨਹੀਂ, ਇਹ ਕੁਰਸੀ ਦਾ ਏਜੰਡਾ ਹੈਗਾ। ਕਿਉਂਕਿ ਲੋਕਾਂ ਨੇ ਤਾਂ ਪਹਿਲਾਂ ਵੀ ਬਹੁਤ ਵਾਰੀ ਦੇਖਿਆ ਲੋਕਾਂ ਨੂੰ। ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਹਾ ਸੀਗਾ ਕਿ ਜਦੋਂ ਨਵੇਂ ਰੂਪ 'ਚ ਆਏ ਲੋਕਾਂ ਨੇ ਉਹਨਾਂ ਨੂੰ ਵੀ 77 ਸੀਟਾਂ ਦਿੱਤੀਆਂ ਸੀਗੀਆਂ। ਤਾਂ ਕੋਈ ਵੀ ਇੱਥੇ ਘੱਟ ਨਹੀਂ ਹੈਗਾ, ਬਸ ਜਿਹੜਾ ਘਰ ਅਸੀਂ ਨਹੀਂ ਦੇਖਿਆ ਉਹੀ ਭਲਾ ਹੈਗਾ। ਦੂਸਰੀ ਪਾਸੇ ਸ਼੍ਰੋਮਣੀ ਅਕਾਲੀ ਦਲ ਹੈਗਾ, ਉਹਨਾਂ ਨੇ ਵੀ ਲੋਕਾਂ 'ਚ ਜਾ ਰਹੇ ਨੇ ਤੇ ਕਈ ਥਾਈਂ ਉਹਨਾਂ ਨੂੰ ਲੋਕਾਂ ਦੇ ਵਿਰੋਧ ਦਾ ਜਿਹੜਾ ਸਾਹਮਣਾ ਵੀ ਕਰਨਾ ਪੈ ਰਿਹਾ ਜੀ। ਤਾਂ ਚੰਗਾ ਹੁੰਦਾ ਕਿ ਇਹ ਮੌਕਾ ਜਿਹੜਾ ਇਹ ਸਾਰੇ ਸਿਆਸਤਦਾਨ ਆਪੋ ਆਪਣੀ ਜਿਹੜੀ ਹੱਠ ਛੱਡ ਕੇ, ਆਪੋ ਆਪਣੇ ਏਜੰਡੇ ਛੱਡ ਕੇ ਸਿਰਫ ਇੱਕੋ ਏਜੰਡਾ ਰੱਖਦੇ, ਉਹ ਰੱਖਦੇ ਲੋਕਾਂ ਦਾ ਏਜੰਡਾ, ਕਿਸਾਨੀ ਦਾ ਏਜੰਡਾ, ਤੇ ਉਹਨਾਂ ਦਾ ਸਾਥ ਦਿੰਦੇ। ਜੀ ਚਰਨਜੀਤ ਜੀ, ਹੁਣ ਵੱਡੀ ਗੱਲ ਇਹ ਸਾਹਮਣੇ ਆਉਂਦੀ ਹੈ ਵੀ ਕਿ ਦੇਸ਼ ਦੀ ਕਿਸਾਨੀ ਆਪਣੇ ਖੇਤਾਂ ਲਈ ਜਿਹੜੇ ਹੈਗੇ ਲੜਾਈ ਲੜ ਰਹੀ ਹੈ, ਜਿਸ ਨੂੰ ਕਿ ਸਭ ਦੇ ਸਾਥ ਦੀ ਲੋੜ ਹੈ। ਦੂਜੇ ਪਾਸੇ ਦੇਖੀਏ ਤਾਂ ਸਿਆਸਤਦਾਨ ਨੇ ਉਹ ਦੇਸ਼ ਦੀ ਕਿਸਾਨੀ ਨੂੰ ਨਜ਼ਰਅੰਦਾਜ਼ ਕਰਕੇ ਸਿਰਫ ਕੁਰਸੀ ਲਈ ਲੜਾਈ ਲੜ ਰਹੇ ਨੇ, ਕੁਰਸੀ ਪਿੱਛੇ ਭੱਜ ਰਹੇ ਨੇ। ਇਸ ਪਿੱਛੇ ਤੁਹਾਡੀ ਕੀ ਰਾਏ ਹੈ? ਦੇਖੋ, ਇਹੀ ਤਾਂ ਆਪਾਂ ਗੱਲ ਅਤਿਸ਼ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਆਗੂ ਤਾਂ ਸ਼ੁਰੂ ਤੋਂ ਇਹ ਗੱਲ ਆਖ ਰਹੇ ਨੇ, ਖਾਸ ਕਰਕੇ ਜਦੋਂ ਚੋਣਾਂ ਦਾ ਸਮਾਂ ਨੇੜੇ ਆਇਆ ਹੈ ਤੇ ਸਾਰੀਆਂ ਸਿਆਸੀ ਧਿਰਾਂ ਨੇ ਆਪੋ ਆਪਣੀ ਸਰਗਰਮੀ ਵਿੱਢੀ ਹੈ ਜੀ, ਤਾਂ ਕਿਸਾਨ ਆਗੂਆਂ ਨੇ ਤਾਂ ਪਹਿਲੇ ਦਿਨੋਂ ਇਹ ਗੱਲ ਕਹੀ ਹੈ ਕਿ ਜਿੰਨਾ ਟਾਈਮ ਇਹ ਕਿਸਾਨ ਮੋਰਚਾ ਕਿਸੇ ਤਨ ਪੱਤਨ ਨਹੀਂ ਲੱਗਦਾ, ਖੇਤੀ ਕਾਨੂੰਨਾਂ ਦਾ ਗੱਲ ਕਿਸੇ ਵੇਲੇ ਨਹੀਂ ਲੱਗਦੀ, ਤਾਂ ਉਹਨਾਂ ਟਾਈਮ ਕੋਈ ਸਿਆਸੀ ਸਰਗਰਮੀ ਨਾ ਕੀਤੀ ਜਾਵੇ, ਕਿਉਂਕਿ ਇਹਦੇ ਨਾਲ ਧਿਆਨ ਹੈ ਜਿਹੜਾ ਡਾਈਵਰਟ ਹੁੰਦਾ ਹੈ। ਬਿਲਕੁਲ। ਪਰ ਸਾਡੇ ਸਿਆਸਤਦਾਨ ਇੰਨੀ ਵੀ ਸੈਕਰੀਫਾਈ ਕਰਨ ਨੂੰ ਤਿਆਰ ਨਹੀਂ ਹੈਗੇ, ਉਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਉੱਦਾਂ ਤਾਂ ਹਰ ਕੋਈ ਕਹਿੰਦਾ ਕਿ ਅਸੀਂ ਕਿਸਾਨੀ ਦੇ ਰਾਖੀ ਹਾਂ। ਕਿਸਾਨੀ ਨੇ ਕਿੰਨਾ ਤਿਆਗ ਕੀਤਾ, ਪੰਜਾਬ ਦੇ ਕਿਸਾਨ ਨੇ ਕਿੰਨਾ ਤਿਆਗ ਕੀਤਾ ਹੈਗਾ। ਜਦੋਂ ਵੀ ਉਹਨਾਂ ਨੂੰ ਕਿਸੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਅਸੀਂ ਕਿਸਾਨੀ ਦੇ ਮਸੀਹਾ, ਉਹਨਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ, ਉਹਨਾਂ ਨੂੰ ਗੱਦੀ ਦਿੱਤੀ ਜੀ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਪਾਣੀਆਂ ਦਾ ਰਾਖਾ, ਮੈਂ ਤੁਹਾਡੇ ਕਰਜ਼ੇ ਮਾਫ ਕਰਾਂਗਾ, ਤਾਂ ਕਿਸਾਨੀ ਨੇ ਉਹਨਾਂ ਨੂੰ ਗੱਦੀ ਦਿੱਤੀ। ਕਿਸਾਨੀ ਨੇ ਤਾਂ ਤਿਆਗ ਦਿਖਾਇਆ, ਉਹਨਾਂ ਨੂੰ ਕੁਰਸੀ ਦਿੱਤੀ ਹੈ, ਕੁਰਸੀ ਲਈ ਨਹੀਂ ਜੀ। ਪਰ ਇਹ ਤਿਆਗ ਦਿਖਾਉਣ ਦਾ ਵੇਲਾ ਹੁਣ ਸਿਆਸਤਦਾਨਾਂ ਦਾ ਸੀ ਕਿ ਕਿਸਾਨੀ ਤੇ ਭੀੜ ਪਈ ਹੈ ਕਿ ਜਿਸ ਨੇ ਕਦੇ ਕੋਈ ਨਹੀਂ ਕੁਝ ਨਹੀਂ ਮੰਗਿਆ। ਜਿਵੇਂ ਮੁਨਸ਼ੀ ਪ੍ਰੇਮਚੰਦ ਦਾ ਹੈ ਗੋਦਾਨ ਹੈ, ਉਹਦਾ ਜਿਹੜਾ ਹੀਰੋ ਹੈ ਉਹ ਛੋਟਾ ਕਿਸਾਨ ਹੈ। ਉਹਦਾ ਇੱਕ ਡਾਇਲਾਗ ਹੈ, ਉਹ ਕਹਿੰਦਾ ਹੈ ਕਿ ਜਿਹੜਾ ਅਸੀਂ ਰਾਜ ਭਾਗ ਨਹੀਂ ਮੰਗਦੇ, ਬਸ ਅਸੀਂ ਤਾਂ ਇੱਜ਼ਤ ਚਾਹੁੰਦੇ ਹਾਂ, ਉਹੀ ਸਾਨੂੰ ਨਸੀਬ ਨਹੀਂ ਹੁੰਦੀ। ਸੋ ਕਿਸਾਨੀ ਤਾਂ ਇੱਕ ਸਾਥ ਚਾਹੁੰਦੀ ਸੀ ਇਸ ਟਾਈਮ ਦੇ ਵਿੱਚ, ਉਹੀ ਉਹਨਾਂ ਨੂੰ ਸਾਡੇ ਸਿਆਸਤਦਾਨ ਨੇ ਜਿਹੜਾ ਦੇ ਨਹੀਂ ਰਹੇ ਜੀ। ਕਿਉਂਕਿ ਜਿੰਨਾ ਕਿ ਪਿਛਲੇ 9 ਮਹੀਨਿਆਂ ਦਾ ਸੰਘਰਸ਼ ਚੱਲਿਆ ਪੰਜਾਬ ਤੋਂ ਫਿਰ ਦਿੱਲੀ ਦੇ ਵਿੱਚ ਬੈਠੇ ਆ ਕਿਸਾਨ, ਤਾਂ ਕਿਸਾਨ ਔਰ ਕਿਸਾਨੀ ਜਿਹੜੇ ਲਫ਼ਜ਼ ਹੈ ਉਹ ਇੰਨੀ ਪਵਿੱਤਰਤਾ ਹਾਸਲ ਕਰ ਗਏ ਨੇ ਕਿ ਹੁਣ ਜਿਹੜਾ ਵੀ ਕੋਈ ਕਿਸਾਨੀ ਜਾਂ ਕਿਸਾਨ ਬਾਰੇ ਥੋੜ੍ਹੀ ਜਿਹੀ ਵੀ ਟੇਢੀ ਨਜ਼ਰ ਨਾਲ ਦੇਖਦਾ ਹੈ, ਉਹ ਲੋਕਾਂ ਦੇ ਮਨਾਂ ਦੇ ਵਿੱਚ ਉਤਰ ਜਾਂਦਾ ਹੈਗਾ। ਬਿਲਕੁਲ। ਤਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈਗਾ। ਸ਼੍ਰੋਮਣੀ ਅਕਾਲੀ ਦਲ ਪਤਾ ਨਹੀਂ ਕਿਉਂ
ਲੋਕਾਂ ਦੇ ਜਿਹੜੇ ਮੂਡ ਹੈ ਉਹਨੂੰ ਮਾਪ ਨਹੀਂ ਰਿਹਾ, ਉਹਨੂੰ ਭਾਪ ਨਹੀਂ ਰਿਹਾ, ਕਿਉਂਕਿ ਥਾਂ ਥਾਂ 'ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਟਿਕਟਾਂ ਤੋਂ ਨਾਰਾਜ਼ ਲੋਕ ਵੀ ਇਹ ਕਹਿ ਰਹੇ ਨੇ ਕਿ ਸਾਡੇ ਚਾਹੇ ਸਰਵੇ ਕਰਾ ਕੇ ਦੇਖ ਲਓ, ਸਾਨੂੰ ਇੱਕ ਨਹੀਂ ਸਾਨੂੰ 2 ਟਿਕਟਾਂ ਚਾਹੀਦੀਆਂ ਸੀ। ਕੋਈ ਕਹਿੰਦਾ ਕਿ ਮੈਨੂੰ ਟਿਕਟ ਚਾਹੀਦੀ ਹੈ, ਪਰ ਕਿਸਾਨੀ ਦੀ ਗੱਲ ਕੋਈ ਨਹੀਂ ਕਰ ਰਿਹਾ। ਆਪ ਵਾਲੇ ਵੀ ਚਾਹੇ ਕਿਸਾਨੀ ਦੀ ਹਮਾਇਤ 'ਚ ਧਰਨੇ ਲਾ ਰਹੇ ਨੇ। ਤਾਂ ਸਾਡੀ ਕੁਛ ਆਗੂਆਂ ਨਾਲ ਗੱਲ ਹੋਈ ਕਿ ਤੁਸੀਂ ਕਹਿ ਰਹੇ ਹੋ ਕਿ ਕਿਸਾਨ ਜਿਹੜੇ ਲੀਡਰ ਹੈ ਉਹ ਕੋਈ ਮੂਵਮੈਂਟ ਨਾ ਕਰਨ, ਤਾਂ ਫਿਰ ਉਹ ਕੀ ਕਰਨ? ਉਹਨਾਂ ਨੇ ਇੱਕੋ ਗੱਲ ਕਹੀ ਕਿ ਜਿੰਨਾ ਚਿਰ ਖੇਤੀ ਕਾਨੂੰਨਾਂ ਦਾ ਮਸਲਾ ਚੱਲ ਰਿਹਾ ਹੈਗਾ ਉਹ ਸਿਰਫ ਚੁੱਪ ਰਹਿਣ, ਉਹ ਸਿਰਫ ਚੁੱਪ ਦਾ ਦਾਨ ਬਖਸ਼ਣ। ਸੋ ਚੰਗੀ ਗੱਲ ਹੈ ਕਿ ਸਾਡੇ ਸਿਆਸਤਦਾਨ ਕੁਝ ਟਾਈਮ ਲਈ ਚੁੱਪ ਦਾ ਦਾਨ ਬਖਸ਼ਣ, ਜੇ ਨਹੀਂ ਉਹ ਲੋਕਾਂ ਦਾ ਖਾਸ ਕਰਕੇ ਕਿਸਾਨੀ ਦਾ ਸਾਥ ਦੇ ਸਕਦੇ। ਜੀ ਚਰਨਜੀਤ ਜੀ, ਇਹਦੇ ਨਾਲ ਹੀ ਇੱਕ ਵੱਡੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਵੀ ਕੁਝ ਦਿਨ ਪਹਿਲਾਂ ਕਰਨਾਲ ਦੇ ਵਿੱਚ ਘਟਨਾ ਵਾਪਰੀ ਜਦੋਂ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ, ਜਦੋਂ ਕਿ ਕਿਸਾਨ ਬੜੇ ਸ਼ਾਂਤਮਈ ਢੰਗ ਨਾਲ ਵਿਰੋਧ ਜਿਹੜਾ ਸੀ ਆਪਣਾ ਦਰਜ ਕਰਾ ਰਹੇ ਸੀਗੇ। ਪੁਲਿਸ ਲਾਠੀਚਾਰਜ ਕਰਦੀ ਹੈ, 1 ਦਰਜਨ ਦੇ ਕਰੀਬ ਕਿਸਾਨ ਗੰਭੀਰ ਰੂਪ 'ਚ ਜ਼ਖਮੀ ਹੋ ਜਾਂਦੇ ਨੇ ਅਤੇ ਪੁਲਿਸ ਜਿਹੜਾ ਹੈਗਾ ਫਿਰ ਵੀ ਉਹਨਾਂ 'ਤੇ ਕੇਸ ਦਰਜ ਕਰਨ ਲੱਗੀ ਹੋਈ ਹੈ। ਉਹ ਆਪਣੀ ਗੱਲ ਜਿਹੜੀ ਹੈ ਮੰਨ ਨਹੀਂ ਰਹੀ ਅਤੇ ਕਿਸਾਨਾਂ ਦੀ ਮੰਗ ਇਹੀ ਹੈ ਵੀ ਕਿ ਜਦੋਂ ਉਦੋਂ ਮੌਕੇ 'ਤੇ ਜਿਹੜਾ ਤੈਨਾਤ IAS ਅਫਸਰ SDM ਸੀਗਾ ਉਸ ਨੂੰ ਬਰਖਾਸਤ ਕਰਕੇ ਕੇਸ ਦਰਜ ਕੀਤਾ ਜਾਵੇ ਅਤੇ ਜਿਹੜਾ ਹੈਗਾ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਅਤੇ ਅਸੀਂ ਜਾਣਨਾ ਚਾਹਾਂਗੇ ਕਰਨਾਲ ਦੀ ਘਟਨਾ ਦਾ ਕਿਸਾਨ ਅੰਦੋਲਨ 'ਤੇ ਕਿਸ ਤਰ੍ਹਾਂ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਉਸ ਘਟਨਾ ਤੋਂ ਬਾਅਦ ਕੇਂਦਰ ਖਿਲਾਫ ਜਿਹੜੀ ਲੜਾਈ ਹੈ ਉਹ ਹੋਰ ਕਿੰਨੀ ਕੁ ਤੇਜ਼ ਹੋਈ ਹੈ? ਦੇਖੋ, ਬਿਲਕੁਲ ਜਿਸ ਤਰ੍ਹਾਂ ਤੁਹਾਡੇ ਯਾਦ ਹੋਏਗਾ ਕਿ ਜਿਸ ਟਾਈਮ 26 ਜਨਵਰੀ ਦੀ ਘਟਨਾ ਵਾਪਰੀ ਸੀ ਉਸ ਤੋਂ ਬਾਅਦ ਅੰਦੋਲਨ ਦੇ ਵਿੱਚ ਇੱਕ ਤਰ੍ਹਾਂ ਦੀ ਕੋਈ ਨਿਰਾਸ਼ਾ ਵਾਲਾ ਟਾਈਮ ਵੀ ਚੱਲ ਰਿਹਾ ਸੀ। ਤਾਂ ਉਸ ਟਾਈਮ ਰਕੇਸ਼ ਟਕੈਤ ਦੇ ਜਿਹੜੇ ਹੰਝੂ ਸੀ ਉਹਨਾਂ ਨੇ ਕਿਸਾਨੀ ਅੰਦੋਲਨ ਨੂੰ ਮੁੜ ਖੜਾ ਕਰ ਦਿੱਤਾ ਸੀ। ਹੁਣ ਪਿਛਲੇ ਟਾਈਮ ਤੋਂ ਕਿਉਂਕਿ ਕੇਂਦਰ ਸਰਕਾਰ ਵੀ ਚੁੱਪ ਸੀ, ਕਿਉਂਕਿ ਪੰਜਾਬੀਆਂ ਦਾ ਸੁਭਾਅ ਹੈ ਜਿਹੜੇ ਜਿਵੇਂ ਆਪਾਂ ਕਹਿੰਦੇ ਹਰਿਆਣੇ ਦੇ ਵਿੱਚ ਜਾਟ ਤੇ ਜੱਟ ਦਾ ਇੱਕ ਤਰ੍ਹਾਂ ਦਾ ਸੁਭਾਅ ਹੈ, ਜਿਹੜਾ ਕਰੈਕਟਰ ਹੈ ਉਹ ਸੇਮ ਹੈ ਕਿ ਸਾਨੂੰ ਜਦੋਂ ਕੋਈ ਚੈਲੰਜ ਮਿਲਦਾ ਹੈ ਅਸੀਂ ਫੇਰ ਖੜੇ ਹੁੰਦੇ ਹਾਂ। ਕਰਨਾਲ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ ਬਹੁਤ ਮੰਦਭਾਗਾ ਹੈ, ਹਰ ਕੋਈ ਨਿੰਦ ਰਿਹਾ ਉਸ ਗੱਲ ਨੂੰ ਕਿ ਕਿਸਾਨਾਂ ਪ੍ਰਤੀ ਕਿਸਾਨਾਂ 'ਤੇ ਇਸ ਕਿਸਮ ਦੀ ਜਿਹੜੀ ਲਾਠੀ ਨਹੀਂ ਚੱਲਣੀ ਚਾਹੀਦੀ ਸੀ। ਕਿਸਾਨ ਤਾਂ ਸਭ ਉਹਨਾਂ ਨੂੰ ਦਿੰਦਾ ਹੈ, ਤੁਸੀਂ ਉਹਨਾਂ ਦੇ ਜਿਹੜੇ ਸਿਰ ਹੈ ਉਹ ਤੋੜ ਰਹੇ ਹੋ, ਜੇ ਕਿਸੇ ਦੇ ਖੂਨ ਬਹਾ ਰਹੇ ਹੋ। ਤਾਂ ਇਸ ਮੌਕੇ 'ਤੇ ਜਦੋਂ ਕਿ ਕਿਸਾਨੀ ਨੂੰ ਲੋੜ ਸੀਗੀ ਤਾਂ ਇਹ ਕਰਨਾਲ ਦੀ ਘਟਨਾ ਵਾਪਰ ਜਾਂਦੀ ਹੈ, ਲਾਠੀਚਾਰਜ ਹੁੰਦਾ ਹੈਗਾ। ਤਾਂ ਜਿਹੜੀ ਆਪਾਂ ਟਕੈਤ ਵਾਲੀ ਗੱਲ ਸ਼ੁਰੂ ਕੀਤੀ ਸੀ ਤਾਂ ਉੱਥੇ ਇੱਕ ਬੰਦਾ ਸਭ ਤੋਂ ਵੱਧ ਇੰਜਰਡ ਹੁੰਦਾ ਹੈ, ਉਹ ਸੀ ਤਾਊ ਮਹਿੰਦਰ। ਤਾਊ ਮਹਿੰਦਰ ਦੇ ਮੱਥੇ ਤੋਂ ਖੂਨ ਵਗਦਾ ਨੀਚੇ ਤੱਕ ਜਾਂਦਾ, ਉਸਦੇ 14 ਟਾਂਕੇ ਆ ਜਿਹੜੇ ਲੱਗਦੇ ਆ। ਉਸਦਾ ਛੋਟਾ ਭਰਾ ਰਣਵੀਰ ਹੈ, ਉਸਦੇ 18 ਟਾਂਕੇ ਆ ਜਿਹੜੇ ਲੱਗਦੇ ਨੇ। ਤਾਂ ਤਾਊ ਰਣਵੀਰ ਦੀ ਜਿਹੜੀ ਤਸਵੀਰ ਹੈ, ਲਹੂ ਭਿੱਜੀ ਤਸਵੀਰ ਹੈ, ਉਸਨੇ ਇਸ ਅੰਦੋਲਨ ਦੇ ਵਿੱਚ ਮੁੜ ਕੇ ਜਿਹੜੀ ਜਾਨ ਹੈ ਜਿਹੜੀ ਪਾ ਦਿੱਤੀ ਹੈਗੀ ਹੈ। ਅੱਜ ਕਿਸਾਨ ਹੈ ਜਿਹੜੇ, ਚਾਹੇ ਉਹ ਪੰਜਾਬ ਦੇ ਨੇ ਚਾਹੇ ਹਰਿਆਣੇ ਦੇ ਨੇ, ਉਹ ਜਿਹੜੀ ਮੁਜ਼ੱਫਰਪੁਰ ਰੈਲੀ ਹੋ ਰਹੀ ਹੈ 5 ਤਰੀਕ ਨੂੰ UP ਦੇ ਵਿੱਚ, ਉਸ ਦੇ ਲਈ ਤਿਆਰੀਆਂ ਕਰੀ ਬੈਠੇ ਨੇ। ਤਾਂ ਇਹਦੇ ਕੋਈ ਚੰਗੇ ਚਾਹੇ ਮਾੜਾ ਹੋਇਆ, ਪਰ ਇਹਦੇ ਇੱਕ ਹਲੂਣਾ ਦੇ ਦਿੱਤਾ। ਜਿੱਥੇ ਅੰਦੋਲਨ ਦੇ ਵਿੱਚ ਥੋੜ੍ਹੀ ਸੁਸਤੀ ਆਈ ਵੀ ਸੀ, ਉਹ ਫੇਰ ਲੋਕ ਹੈ ਜਿਹੜੇ ਐਕਟਿਵ ਹੋ ਗਏ ਨੇ। ਲੋਕਾਂ ਨੂੰ ਲੱਗਿਆ ਕਿ ਸਾਡੇ ਨਾਲ ਧੱਕਾ ਹੋਇਆ, ਲੋਕ ਅੰਦੋਲਨ ਹੈ ਜਿਹੜਾ ਮੁੜ ਹੈ ਜਿਹੜਾ ਉਹ ਪੈਰਾਂ 'ਤੇ ਜਿਹੜਾ ਖੜਾ ਹੋਇਆ। ਇੱਕ ਤਾਂ ਇਹ ਗੱਲ ਇਸ ਅੰਦੋਲਨ ਦੇ ਨਾਲ। ਦੂਸਰਾ ਇਹ ਹੋਇਆ ਕਿ ਖੇਤੀ ਕਾਨੂੰਨਾਂ ਦੇ ਨੂੰ ਲੈ ਕੇ ਜਿਹੜਾ ਕੇਂਦਰ ਸਰਕਾਰ ਜਿਹੜੇ ਤਰਕ ਦੇ ਰਹੀ ਸੀਗੀ ਉਹਨਾਂ ਨੂੰ ਲੈ ਕੇ ਵੀ ਹਿਲਜੁਲ ਹੋਈ ਹੈ। ਖਾਸ ਕਰਕੇ ਜਿਹੜੇ SDM ਕਰਨਾਲ ਦੀ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਚਰਚਾ 'ਚ ਨੇ, ਉਹ ਜਿਸ ਕਿਸਮ ਦੀ ਉਹਨਾਂ ਦੀ ਬੋਲਬਾਣੀ ਰਹੀ ਹੈ ਅਤੇ ਇਹ ਖੇਤੀ ਕਾਨੂੰਨਾਂ ਦੇ ਵਿੱਚ ਹੀ ਉਹਨਾਂ ਨੂੰ ਕੰਪੀਟੈਂਟ ਅਥਾਰਟੀ ਕਿਹਾ ਗਿਆ ਕਿ ਤੁਸੀਂ ਜੇ ਇਹਦੇ ਵਿੱਚ ਇਨਸਾਫ ਲੈਣ ਜਾਓਗੇ, ਨਿਆਂ ਲੈਣ ਜਾਓਗੇ ਤਾਂ SDM ਦਾ ਦਰਵਾਜ਼ਾ ਖੜਕਾਓਗੇ। ਬਿਲਕੁਲ। ਅਤੇ SDM ਕਿਸ ਕਿਸਮ ਦਾ ਬਿਹੇਵ ਕਰੇਗਾ ਤੁਹਾਡੇ ਨਾਲ, ਇਹ ਆਪਾਂ ਨੂੰ ਕਰਨਾਲ ਵਾਲੇ SDM ਦੀ ਜਿਹੜੀ ਬੋਲ ਨੇ ਉਹਨਾਂ ਨੇ ਦੱਸ ਦਿੱਤਾ। ਤਾਂ ਉਹ ਵੀ ਇੱਕ ਵੱਡਾ ਜਿਹੜੀ ਗੱਲ ਹੋਈ ਹੈ। ਮੁਜ਼ੱਫਰਪੁਰ ਰੈਲੀ ਨੂੰ ਬੜੀ ਹੁਲਾਰਾ ਮਿਲਣਾ ਇਸ ਦੇ ਨਾਲ, ਔਰ ਪੰਜਾਬ 'ਤੇ ਬੜਾ ਵੱਡਾ ਅਸਰ ਪਿਆ। ਤੁਸੀਂ ਦੇਖਿਆ ਹੋਏਗਾ ਕਿ ਕਰਨਾਲ ਦੇ ਲਾਠੀਚਾਰਜ ਦਾ ਸਭ ਤੋਂ ਵੱਧ ਬੁਰਾ ਮਨਾਇਆ ਗਿਆ ਪੰਜਾਬ ਦੇ ਵਿੱਚ। ਬਿਲਕੁਲ। ਹਰਿਆਣਾ ਦੇ ਚੀਫ ਮਿਨਿਸਟਰ ਦੀਆਂ ਜਿਹੜੀਆਂ ਅਰਥੀਆਂ ਹੈ ਉਹ ਸਾੜੀਆਂ ਗਈਆਂ ਨੇ, ਅਤੇ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਪਿੱਛੇ ਝੰਡੀਆਂ ਦਿਖਾਈਆਂ ਮਾਛੀਵਾੜੇ, ਉਹਨਾਂ ਨੂੰ ਆਪਣੀ ਇੱਕ ਰੈਲੀ ਵੀ ਰੱਦ ਕਰਨੀ ਪਈ ਹੈ। ਉਹ ਵੀ ਇਸੇ ਗੱਲ ਦਾ ਪ੍ਰਤਾਪ ਹੈ, ਕਰਨਾਲ ਵਾਲੀ ਘਟਨਾ ਦਾ ਇੱਕ ਤਰ੍ਹਾਂ ਦਾ ਪਰਛਾਵਾਂ ਹੈਗਾ। ਤਾਂ ਲੋੜ ਚੰਗੀ ਗੱਲ ਹੈਗੀ ਹੈ ਕਿ ਲੋਕ ਹੈ ਜਿਹੜੇ ਜਾਂ ਕਿਸਾਨ ਹੈ, ਭਾਈਚਾਰਾ ਖਾਸ ਕਰਕੇ ਹੁਣ ਇਕੱਠਾ ਹੋਇਆ। ਅਤੇ ਸੱਤਿਆਪਾਲ ਮਾਲਿਕ ਹੈ ਜਿਹੜੇ ਰਾਜਪਾਲ, ਉਹਨਾਂ ਨੇ ਵੀ ਕਿਹਾ
ਕਿ ਪੰਜਾਬ ਅਤੇ ਹਰਿਆਣਾ ਔਰ ਰਾਜਸਥਾਨ ਔਰ ਪੱਛਮੀ ਯੂਪੀ ਦੇ ਵਿੱਚ ਹੁਣ ਸਾਡੇ ਨੂੰ ਕੋਈ ਪੈਰ ਨਹੀਂ ਧਰਨ ਦਿੰਦਾ ਸਾਨੂੰ, ਤਾਂ ਇਹ ਗੱਲ ਕਿਤੇ ਨਾ ਕਿਤੇ ਸੱਚ ਵੀ ਹੈ ਔਰ ਸਮਝ ਵੀ ਲੈਣੀ ਚਾਹੀਦੀ ਹੈ, ਖਾਸ ਕਰਕੇ ਸਾਡੇ ਪ੍ਰਧਾਨ ਮੰਤਰੀ ਨੂੰ, ਕਿ ਕਿਸਾਨੀ 'ਤੇ ਇੰਨਾ ਜਿਹੜਾ ਜ਼ੁਲਮ ਹੈ ਜਿਹੜਾ ਕੀਤਾ ਜਾ ਰਿਹਾ, ਕਿ ਉਹਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਹੈ, ਖਾਸ ਕਰਕੇ ਜਿਹੜੇ ਖੇਤੀ ਕਾਨੂੰਨ ਹੈ ਤਿੰਨ, ਉਹਨਾਂ ਨੂੰ ਰੱਦ ਕਰਕੇ ਉਹਨਾਂ ਨੂੰ ਤੁਰਿਆ ਜਾਵੇ। ਜਿਵੇਂ ਸਿਆਣੇ ਕਹਿੰਦੇ ਨੇ ਕਿ ਹੰਕਾਰ ਨਾਲ ਜਿਹੜਾ ਆਦਮੀ ਹੈ ਉਹ ਫੁੱਲ ਸਕਦਾ ਹੈ, ਫੈਲ ਨਹੀਂ ਸਕਦਾ। ਤਾਂ ਕਿਸਾਨ ਹੈ ਜਿਹੜੇ ਨਿਮਰਤਾ 'ਚ ਨੇ, ਉਹ ਦਿਨੋਂ ਦਿਨ ਫੈਲ ਰਹੇ ਨੇ, ਉਹਨਾਂ ਦਾ ਅੰਦੋਲਨ ਫੈਲ ਰਿਹਾ ਹੈ, ਤਾਂ ਇੱਕ ਦਿਨ ਇਹ ਜ਼ਰੂਰ ਰੰਗ ਦਿਖਾਏਗਾ। ਔਰ ਜਿਹੜੇ ਹੰਕਾਰ ਕਰਨ ਵਾਲੇ ਹੈ ਉਹ ਇੱਕ ਦਿਨ ਜ਼ਰੂਰ ਸੁੰਗੜਨਗੇ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।